ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੁ ਕਰਨ ਕਾਰਣ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹੱਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਵੀਐ ਗੁਰ ਵਿਚਾਰ। ਇਕ ਆਵੈ ਇਕ ਜਾਵਹੀ ਪੂਰ ਭਰੇ ਅਹੰਕਾਰ। ਮਨ ਹੱਥ ਮਤੀ ਬੁੱਢੀਐ ਗੁਰਮੁਖ ਸੱਚ ਸੋਤਾਰ। ਨਾਨਕ ਬੇੜੀ ਸੱਚ ਕੀ ਤਵੀਐ ਗੁਰ ਵਿਚਾਰ। ਇਕ ਆਵਹਿ ਇਕ ਜਾਵਹੀ ਪੂਰ ਭਰੇ ਅਹੰਕਾਰ। ਮਨ ਹੱਠ ਮਤੀ ਬੁੱਢੀਐ ਗੁਰਮੁਖ ਸੱਚ ਸੋਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਸ਼ਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਅੰਮ੍ਰਿਤਮਈ ਸ਼ਬਦ ਕੀਰਤਨ ਹੋਇਆ ਹੈ। ਆਓ ਕੁਝ ਸਮੇਂ ਵਾਸਤੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਆਪਣੇ ਸਵਾਸਾਂ ਨੂੰ ਸਫਲ ਬਣਾਈਏ ਜੀ। ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਗੁਰੂ ਦੀ ਓਟ ਲੈਣ ਤੋਂ ਬਗੈਰ, ਗੁਰੂ ਦਾ ਆਸਰਾ ਲੈਣ ਤੋਂ ਬਗੈਰ ਜੀਵ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਜਿਵੇਂ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਵਾਸਤੇ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ, ਇਸੇ ਤਰ੍ਹਾਂ ਸੰਸਾਰ ਸਮੁੰਦਰ ਚੋਂ ਪਾਰ ਹੋਣ ਵਾਸਤੇ ਸੱਚੇ ਨਾਮ ਦੀ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪ੍ਰਤੀਤ। ਸਾਹਿਬ ਕਹਿੰਦੇ ਨੇ ਸੰਸਾਰ ਇੱਕ ਸਮੁੰਦਰ ਹੈ ਤੇ ਇਹ ਸਮੁੰਦਰ ਬੜਾ ਭਿਆਨਕ ਹੈ। ਇਸ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਮੱਛ ਰਹਿੰਦੇ ਨੇ। ਆਸਾ ਤੇ ਤ੍ਰਿਸ਼ਨਾ ਦੀਆਂ ਬੜੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਹਨ ਤੇ ਮੋਹ ਤੇ ਭਰਮ ਦੀਆਂ ਬਹੁਤ ਵੱਡੀਆਂ ਘੁੰਮਣ ਘੇਰੀਆਂ ਹਨ। ਜਦੋਂ ਕੋਈ ਨਿਆਣੇ ਬਾਲ ਨਹਿਰ ਜਾਂ ਕਿਸੇ ਨਦੀ ਦੇ ਵਿੱਚ ਨਹਾਉਣ ਜਾਂਦੇ ਨੇ ਤੇ ਸਿਆਣਾ ਬੰਦਾ ਉਹਨਾਂ ਨੂੰ ਸਮਝਾ ਕੇ ਤੋਰਦਾ ਕਿ ਬੇਟਾ ਜਿੰਨਾ ਚਿਰ ਮਰਜ਼ੀ ਨਹਾ ਲਿਓ, ਲੇਕਿਨ ਇੱਕ ਗੱਲ ਦਾ ਖਿਆਲ ਰੱਖਿਓ ਕਿ ਭੁੱਲ ਕੇ ਵੀ ਘੁੰਮਣ ਘੇਰੀ ਦੇ ਵਿੱਚ ਨਹੀਂ ਜਾਣਾ। ਘੁੰਮਣ ਘੇਰੀ ਉਸ ਜਗ੍ਹਾ ਨੂੰ ਆਖਿਆ ਜਾਂਦਾ ਹੈ ਜਿੱਥੇ ਉੱਤੋਂ ਪਾਣੀ ਥੱਲੇ ਡਿੱਗਦਾ ਹੋਵੇ। ਜੇ ਕਿਤੇ ਬੰਦਾ ਭੁੱਲ ਕੇ ਉਸ ਘੁੰਮਣ ਘੇਰੀ ਦੇ ਵਿੱਚ ਫਸ ਜਾਵੇ ਫਿਰ ਉਹ ਮਰ ਕੇ ਹੀ ਬਾਹਰ ਨਿਕਲਦਾ ਹੈ।
क्योंकि घुम्मण घेरी दे विच डुੱਬਦਾ घट है। इधर उधर छल्लां दे नाल वज के पत्थरां नाल सिर वज के टकरा के मनुख दी मौत हो जाती है। संसार दे विच भरम रूपी घुम्मण घेरी है। आसा ते तृष्णा लोभ रूपी बहुत वड्डियां भारी लहरां हन। काम क्रोध लोभ मोह हंकार रूपी वड्डे वड्डे मੱਛ ने। इस भयंकर समुंदर दे विचों तरना बड़ा औखा है। हजूर कहंदे संसार अगम सागर तुल्हा हर नाम। जिथे संसार एक समुंदर है उथे गुरु दा नाम परमेश्वर दा नाम तुल्हा है। तुल्हा छोटी बेड़ी नूं आख्या जांदा है, जिहड़ी कानियां ते बूझियां दे नाल तैयार कीती जावे। आरजी तौर ते तैयार कीती बेड़ी दा नाम तुल्हा है। पर इत्थे तुल्हा दा भाव अर्थ लेना कि जहाज। गुरु मुख पाया जो तुल्हा है, जिस दे आसरे संसार समुंदर नूं पार कीता जाना है। गरीब नवाज कहंदे ओ गुरु दी रसना तो उचारण होया शब्द है। तो सतगुरु श्री गुरु ग्रंथ साहिब महाराज अज दे पावन शब्द विच जीव नूं भव सागर विचों पार होण वास्ते नाम दा सहारा लैण लई प्रेरणा करदे हन। आओ मन चित बिरतियां एकाग्र करके सरवण करिए जी। सतनाम श्री वाहिगुरु साहिब जी। श्री राग महला पहला। नानक बेड़ी सच की तविए गुर विचार। श्री राग अंदर धन धन श्री गुरु नानक देव जी महाराज पावन शब्द उचारते हैं। साहिब कहंदे नानक बेड़ी सच की तरिए गुर विचार। सच्चे नाम दी बेड़ी है ते इस विचार रूपी बेड़ी दे उपर चढ़ के संसार समुंदर नूं तर जाईदा है। देखो हर बंदा इस भयानक समुंदर दे विच गोते खा रिहा। हथ पल्ले बड़े मारदा पर कोई वस नहीं चलदा। साधन बहुत करता है पर उन्हां साधना दे नाल कोई भी पार उतारा नहीं हुंदा। सुमेर पर्वत ते रहन वाले सिद्धां ने भी कई साधन कीते सी, परंतु तमाम साधन करन तो बाद विच उन्हां नूं एहसास होया कि इन्हां साधना नाल असीं संसार समुंदर नूं पार नहीं कर सके। ते फिर गुरु नानक साहिब दे चरनां विच अरदास करन लगे कि सुन स्वामी अरदास हमारी, पूछो साच विचारो। रोस ना कीजै उत्तर दीजै, क्यों पाइए गुरद्वारो। जदों गुरु साहिब नूं वेखिया कि उम्र छोटी है, बाल नियाणा है, पर बड़ी दूर सुमेर पर्वत तक पहुंच गया, पर उम्र ते छोटी है। ते साहिब श्री गुरु नानक देव जी नूं सिद्धां ने बाला कह के बुलाया। पहलां ते आखिया बाला, पर जदों गुरु साहिब दी अजमत दा पता लग्या फिर गुरु भी नहीं आखिया, फिर आखिया स्वामी। ये स्वामी सतगुरु साडी फरियाद नूं सुनो। सवाल करन वाले असीं ज़्यादा हाँ, जवाब देण वाले तुसीं कल्ले हो। किते गुस्सा ही ना कर जायो। रोस ना कीजै उत्तर दीजै, क्यों पाइए गुरुद्वारो। साडे मन अंदर एक पहेली है कि गुरु दा द्वार, गुरु दा घर किवें प्राप्त हुंदा है। साहिब श्री गुरु नानक देव जी मुस्कुरा के कहन लगे कि इहदा मतलब अजे तक गुरु द्वार प्राप्त नहीं होया।
ਤੇ ਜਿੰਨਾ ਚਿਰ ਤੱਕ ਗੁਰੂ ਦੁਆਰ ਪ੍ਰਾਪਤ ਨਹੀਂ ਹੋਇਆ, ਗੁਰੂ ਦੀ ਵਿਚਾਰ ਕਿਵੇਂ ਪ੍ਰਾਪਤ ਹੋ ਸਕਦੀ ਹੈ? ਤੇ ਵਿਚਾਰ ਤੋਂ ਬਗੈਰ ਸੰਸਾਰ ਸਮੁੰਦਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਹਿਬ ਕਹਿੰਦੇ ਤਰੀਐ ਗੁਰ ਵਿਚਾਰ। ਵਿਚਾਰ ਰੂਪੀ ਬੇੜੀ ਦੇ ਉੱਪਰ ਚੜ੍ਹ ਕੇ ਹੀ ਜੀਵ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ। ਇਕ ਆਵਹਿ ਇਕ ਜਾਵਹੀ, ਪੂਰ ਭਵੇ ਅਹੰਕਾਰ। ਇਸ ਦੁਨੀਆ ਦੀ ਖੇਡ ਬੜੀ ਅਨੋਖੀ ਹੈ। ਇੱਕ ਜਨਮ ਲੈ ਕੇ ਸੰਸਾਰ ਤੇ ਆ ਰਿਹਾ ਹੈ, ਦੂਸਰਾ ਮੌਤ ਤੋਂ ਬਾਅਦ ਸੰਸਾਰ ਨੂੰ ਤਿਆਗ ਕੇ ਜਾ ਰਿਹਾ ਹੈ। ਵਿਦਵਾਨਾਂ ਨੇ ਦੁਨੀਆ ਦਾ ਅਰਥ ਕੀਤਾ ਹੈ ਕਿ ਜਿਸ ਇਮਾਰਤ, ਜਿਸ ਮੰਜ਼ਲ ਦੀਆਂ ਦੋ ਨੀਹਾਂ ਹਨ, 2+ ਨੀਹਾਂ, ਇੱਕ ਨੀਂਹ ਹੈ ਜਨਮ ਦੀ, ਦੂਸਰੀ ਨੀਂਹ ਹੈ ਮੌਤ ਦੀ। ਜਿਸ ਦੀਆਂ ਦੋ ਨੀਹਾਂ ਹਨ, ਦੋ ਬੁਨਿਆਦਾਂ ਹਨ, ਦੋ ਬੁਨਿਆਦਾਂ ਦੇ ਆਸਰੇ ਜੋ ਟਿਕੀ ਹੋਈ ਇਮਾਰਤ ਹੈ, ਉਸ ਦਾ ਨਾਮ ਦੁਨੀਆ ਹੈ। ਇੱਕ ਜਨਮ ਲੈ ਕੇ ਸੰਸਾਰ ਦੇ ਵਿੱਚ ਆਗਮਨ ਕਰ ਰਿਹਾ ਹੈ, ਪ੍ਰਵੇਸ਼ ਕਰ ਰਿਹਾ ਹੈ। ਦੂਸਰਾ ਮੌਤ ਤੋਂ ਬਾਅਦ ਇਸ ਨੂੰ ਤਿਆਗ ਪੱਤਰ ਦੇ ਰਿਹਾ ਹੈ। ਸੰਸਾਰ ਦੀ ਖੇਡ ਬੜੀ ਅਨੋਖੀ ਹੈ। ਬੰਦਾ ਚਾਹ ਕੇ ਵੀ ਇਸ ਅਨੋਖੀ ਖੇਡ ਨੂੰ ਨਹੀਂ ਸਮਝ ਸਕਦਾ। ਉਹ ਸਾਜਣਹਾਰਾ ਪਰਮੇਸ਼ਰ ਹੀ ਇਸ ਅਨੋਖੀ ਖੇਡ ਨੂੰ ਜਾਣਦਾ। ਹਰ ਵਿਦਵਾਨ ਨੇ ਆਪਣੀਆਂ ਆਪਣੀਆਂ ਕਿਆਸ ਅਰਾਈਆਂ ਦੇ ਨਾਲ ਬੜਾ ਕੁਝ ਬਿਆਨ ਕੀਤਾ ਹੈ, ਪਰੰਤੂ ਕੋਈ ਵੀ ਹਕੀਕਤ ਤੱਕ ਨਹੀਂ ਪਹੁੰਚ ਸਕਿਆ। ਇਸ ਸੰਸਾਰ ਦੀ ਹਕੀਕਤ ਨੂੰ ਜਾਣਨ ਵਾਲਾ ਕੇਵਲ ਇੱਕ ਵਾਹਿਗੁਰੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਵੀ ਕਹਿੰਦੇ, ਇੱਕ ਆਵਹਿ ਇੱਕ ਜਾਵਹੀ। ਇੱਕ ਆਉਂਦਾ ਹੈ, ਇੱਕ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਮੈਂ ਜਦੋਂ ਦੁਨੀਆ ਦੀ ਇਸ ਹਕੀਕਤ ਨੂੰ ਵੇਖਿਆ ਤੇ ਮੇਰੇ ਮਨ ਅੰਦਰ ਵੈਰਾਗ ਪੈਦਾ ਹੋ ਗਿਆ। ਮਨ ਬੈਰਾਗ ਭਇਓ, ਇਹੋ ਜੀਓ ਆਏ ਕਹਾਂ ਗਇਓ। ਮੇਰਾ ਮਨ ਇਸ ਗੱਲੋਂ ਬੜਾ ਉਦਾਸ ਹੋਇਆ ਕਿ ਬੰਦਾ ਕਿੱਧਰੋਂ ਆਇਆ ਤੇ ਆਖਿਰ ਕਿੱਧਰ ਚਲੇ ਗਿਆ। ਜਿਹੜਾ ਦਿਸਦਾ ਸੀ, ਸੁਣਦਾ ਸੀ, ਬੋਲਦਾ ਸੀ, ਕਿਰਿਆ ਕਰਦਾ ਸੀ, ਸੰਸਾਰ ਅੰਦਰ ਵਿਚਰਦਾ ਸੀ, ਆਪਣੇ ਕੰਮਕਾਰ ਕਰਦਾ ਸੀ, ਅਚਨਚੇਤ ਉਹ ਬੰਦਾ ਚੁੱਪ ਗੜੁੱਪ ਹੋ ਗਿਆ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਅਜੇ ਕੱਲ ਤੱਕ ਤੇ ਬੋਲਦਾ ਸੀ, ਤੇ ਬੋਲਦਾ ਵੀ ਬੜੇ ਸੋਹਣੇ ਢੰਗ ਨਾਲ ਸੀ, ਕਿਉਂਕਿ ਜਿਨ ਜਿਹਵਾ ਦਿੱਤੀ ਬੋਲੇ ਤਾਤ। ਤਾਤ ਮਤਲਬ ਤੜਾਕ ਤੜਾਕ ਗੱਲਾਂ ਕਰਦਾ ਹੈ, ਜ਼ਬਾਨ ਬੜੀ ਸੋਹਣੀ ਚੱਲਦੀ ਹੈ। ਕੱਲ ਤੱਕ ਬੋਲਦਾ ਸੀ, ਖਾਂਦਾ ਸੀ, ਸੁਣਦਾ ਸੀ, ਪਰ ਅੱਜ ਉਹੀ ਜੀਵ ਕਿੱਧਰ ਚਲੇ ਗਿਆ? ਇੱਕ ਬੜੀ ਵੱਡੀ ਬੁਝਾਰਤ ਹੈ, ਸਵਾਲ ਹੈ। ਇਹਦਾ ਮਤਲਬ ਕਿ ਬੰਦੇ ਦਾ ਕੋਈ ਵਜੂਦ ਨਹੀਂ। ਜਦੋਂ ਸਰੀਰ ਵਿੱਚੋਂ ਆਤਮਾ ਉਡਾਰੀ ਮਾਰ ਜਾਂਦੀ ਹੈ, ਇਹ ਤਾਂ ਮਿੱਟੀ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਇਹ ਜੀਵ ਆਤਮਾ ਦੇਹੀ ਦੇ ਨਾਲ ਰਹਿੰਦਾ ਸੀ, ਸਰੀਰ ਦੇ ਨਾਲ ਜੀਵ ਆਤਮਾ ਉਹ ਹੰਸ ਵਸਦਾ ਸੀ। ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ।
ਦਰਅਸਲ ਜਿਸ ਵਿਅਕਤੀ ਦੀ ਮੌਤ ਤੇ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਉਹ ਕਬੀਰ ਜੀ ਦਾ ਪਰਮ ਮਿੱਤਰ ਸੀ ਤੇ ਬੜਾ ਵਿਦਵਾਨ ਪੰਡਤ ਸੀ। ਜਦੋਂ ਕਬੀਰ ਜੀ ਨੇ ਸਮਾਂ ਲੱਗਣ ਤੇ ਉਹਦੇ ਕੋਲ ਬੈਠਣਾ ਤੇ ਪਰਮਾਰਥ ਦੀਆਂ ਵਿਚਾਰਾਂ ਚੱਲ ਪੈਣੀਆਂ, ਕਥਾ ਵਾਰਤਾ ਦੀ ਆਪਸ ਵਿੱਚ ਵਾਰਤਾਲਾਪ ਹੋਣੀ। ਤੇ ਕਬੀਰ ਸਾਹਿਬ ਕਹਿੰਦੇ, ਅੱਜ ਮੈਂ ਤੁਹਾਨੂੰ ਕੁਝ ਸਵਾਲ ਪੁੱਛਣ ਵਾਸਤੇ ਆਇਆ ਹਾਂ, ਅੱਜ ਵੀ ਪਰਮਾਰਥ ਦੀਆਂ ਵਿਚਾਰਾਂ ਕਰਨ ਵਾਸਤੇ ਆਇਆ ਹਾਂ, ਪਰੰਤੂ ਹੇ ਵਿਦਵਾਨ ਪੰਡਤ ਜੀ, ਅੱਜ ਤੁਸੀਂ ਬੋਲਦੇ ਕਿਉਂ ਨਹੀਂ? ਬਜਾਵਨ ਹਾਰੂ ਕਹਾਂ ਗਇਓ? ਜਿਨ ਇਹੋ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਨਾ ਅੱਜ ਕੋਈ ਸਾਖੀ ਸੁਣਾ ਰਹੇ ਹੋ, ਨਾ ਮੇਰੀਆਂ ਗੱਲਾਂ ਨੂੰ ਸੁਰਤ ਭਾਵ ਸੁਣਦੇ ਹੋ। ਸਾਖੀ ਸੁਣਾਉਣੀ ਤੇ ਬੜੀ ਦੂਰ ਦੀ ਗੱਲ, ਤੁਹਾਡੀ ਰਸਨਾ ਤੋਂ ਤੇ ਇੱਕ ਸ਼ਬਦ ਨਹੀਂ ਨਿਕਲ ਰਿਹਾ। श्रवणन बिकल भये संग तेरे, इंद्री का बल थाका, चरण रहे कर ढरक परे हैं, मुख हो ना निकसै बाता। कबीर जी कहते किन्नी न्यारी खेड है, उस अविनाशी परमात्मा दी किन्नी अजब लीला है कि जबान तो एक भी लफज नहीं निकल रहा। श्रवणन बिकल भये संग तेरे, ਕੰਨ ਵੀ ਨਕਾਰਾ ਹੋ ਗਏ। ਜਿਹੜੇ ਕੰਨ ਬੜੀ ਕਨਸੋਹ ਰੱਖਦੇ ਸੀ, ਕਿਸੇ ਥੋੜੀ ਜਿਹੀ ਆਵਾਜ਼ ਨੂੰ ਸੁਣ ਕੇ ਵੀ ਪਛਾਣ ਲੈਂਦੇ ਸੀ, ਅੱਜ ਉਹਨਾਂ ਕੰਨਾਂ ਦੇ ਕੋਲ ਭਾਵੇਂ ਢੋਲ ਵਜਾਈ ਚੱਲੋ, ਕਬੀਰ ਸਾਹਿਬ ਕਹਿੰਦੇ ਕੱਖ ਵੀ ਨਹੀਂ ਸੁਣਦਾ। ਇੰਦਰੀ ਕਾ ਬਲ ਥਾਕਾ, ਇੰਦਰੀਆਂ ਦਾ ਬਲ, ਇੰਦਰੀਆਂ ਦੀ ਸ਼ਕਤੀ ਉਹ ਵੀ ਖਤਮ ਹੋ ਗਈ। ਚਰਨ ਰਹੇ ਕਰ ਢਰਕ ਪਰੇ ਹੈ, ਹੱਥਾਂ ਦਾ ਮਾਸ ਢਲਕ ਗਿਆ, ਕੁੰਡ ਮੁੜ ਗਏ ਤੇ ਪੈਰ ਵੀ ਚੱਲਣ ਤੋਂ ਰਹਿ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਕਿੱਡੀ ਨਿਆਰੀ ਖੇਡ ਹੈ ਕਿ ਇੱਕ ਆਵਹਿ ਇੱਕ ਜਾਵਹੀ। ਇੱਕ ਵਿਅਕਤੀ ਜਨਮ ਧਾਰ ਕੇ ਸੰਸਾਰ ਦੇ ਵਿੱਚ ਪ੍ਰਵਿਸ਼ਟ ਹੋ ਰਿਹਾ ਹੈ, ਦੂਸਰਾ ਸੰਸਾਰ ਨੂੰ ਤਿਆਗ ਕੇ ਜਾ ਰਿਹਾ ਹੈ। ਪਰੰਤੂ ਬੜੀ ਬਦਕਿਸਮਤੀ ਦੀ ਗੱਲ ਹੈ, ਪੰਜਾਂ ਤੱਤਾਂ ਦਾ ਪੁਤਲਾ ਇਹ ਸਰੀਰ ਹੰਕਾਰ ਦੇ ਨਾਲ ਇੰਨਾ ਭਰਿਆ ਹੋਇਆ ਹੈ ਕਿ ਗੁਰੂ ਸਾਹਿਬ ਕਹਿੰਦੇ ਪੂਰਾਂ ਦੇ ਪੂਰ ਹੀ ਇਸ ਦੁਨੀਆ ਤੋਂ ਹੰਕਾਰ ਦੇ ਨਾਲ ਭਰੇ ਹੋਏ ਜਾ ਰਹੇ ਨੇ। ਪੂਰ ਭਰੇ ਅਹੰਕਾਰ। ਖੌਰੇ ਕਿਹੜੀ ਗੱਲ ਦਾ ਮਾਨ ਹੈ, ਕਾਹੇ ਭਈਆ ਫਿਰਤੋ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੂਲਿਆ। ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲਟਕ ਕੇ ਰੱਬ ਅੱਗੇ ਅਰਦਾਸਾਂ ਕਰਦਾ ਸੀ, ਹੇ ਵਾਹਿਗੁਰੂ ਕੁੰਭੀ ਨਰਕ ਵਿੱਚੋਂ ਬਾਹਰ ਕੱਢ, ਮੈਂ ਤੇਰਾ ਸਿਮਰਨ ਕਰਾਂਗਾ, ਉਹ ਦਿਨ ਅੱਜ ਤੈਨੂੰ ਕਿਉਂ ਭੁੱਲ ਗਿਆ। ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਪ੍ਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਕੀਤਾ, ਮਾਤ ਗਰਭ ਅਸਥਾਪਨੰ। ਜਿੱਥੇ ਮੁਖ ਤਲੈ ਪੈਰ ਉਪਰੇ, ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦ ਰਹਿ ਜਿਸ ਦੈ ਨਾਏ। ਪੁੱਠਾ ਟੰਗਿਆ ਸੀ ਸਰੀਰ, ਮੁਖ ਤਲੈ, ਮੂੰਹ ਥੱਲੇ ਨੂੰ ਤੇ ਪੈਰ ਉੱਪਰੇ, ਪੈਰ ਤਾਂ ਨੂੰ ਸੀ। ਵਸੰਦੋ ਕੋਹ ਥੜੈ ਥਾਏ, ਮਲੀਨ ਵਿਸ਼ਟਾ ਵਾਲੀ ਥਾਂ ਤੇ ਵਾਸ ਸੀ। ਤੇ ਸਾਹਿਬ ਕਹਿੰਦੇ ਸੋ ਧਣੀ ਕਿਉਂ ਵਿਸਾਰਿਓ, ਉਦ ਰਹਿ ਜਿਸ ਦੈ ਨਾਏ। ਜਿਸ ਦੀ ਯਾਦ ਕਰਕੇ ਤੂੰ ਬਚ ਗਿਆ, ਤੈਨੂੰ ਜਨਮ ਮਿਲ ਗਿਆ, ਤੇਰੇ ਕੋਮਲ ਸਰੀਰ ਦੀ ਰੱਬ ਨੇ ਰਖਵਾਲੀ ਕੀਤੀ। ਹੇ ਅਹਿਸਾਨ ਫਰਾਮੋਸ਼ ਇਨਸਾਨ, ਅੱਜ ਤੂੰ ਉਸ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਖੌਰੇ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ, ਪਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਬੰਦੇ ਜੀਵ ਪੂਰਾਂ ਦੇ ਪੂਰੀ ਹੰਕਾਰ ਨਾਲ ਭਰੇ ਹੋਏ ਜਾ ਰਹੇ ਨੇ। ਹੈਰਾਨਗੀ ਹੋਵੇਗੀ, ਇੱਕ ਅਮੀਰ ਤਾਂ ਆਪਣੀ ਅਮੀਰੀ ਦਾ ਹੰਕਾਰ ਕਰੇ, ਪਰ ਗਰੀਬ ਵੀ ਹੰਕਾਰ ਕਰਦਾ ਹੈ। ਇੱਕ ਪਹਿਲਵਾਨ ਤਾਂ ਆਪਣੀ ਤਾਕਤ ਦਾ ਹੰਕਾਰ ਕਰੇ, ਪਰ ਇੱਕ ਕਮਜ਼ੋਰ ਵੀ ਆਪਣੇ ਆਪ ਤੇ ਮਾਣ ਕਰਦਾ ਹੈ। ਇੱਕ ਸੁੰਦਰ ਵਿਅਕਤੀ ਆਪਣੀ ਸੁੰਦਰਤਾ ਦਾ ਹੰਕਾਰ ਕਰੇ ਤੇ ਗੱਲ ਫਿਰ ਵੀ ਜਾਇਜ਼ ਹੈ, ਪਰ ਜਿਹੜਾ ਕਰੂਪ ਹੈ, ਬਦਸੂਰਤ ਹੈ, ਉਹ ਵੀ ਆਪਣੇ ਆਪ ਤੇ ਹੰਕਾਰ ਕਰਦਾ ਹੈ। ਕੌਣ ਹੈ ਜਿਹੜਾ ਹੰਕਾਰ ਤੋਂ ਖਾਲੀ ਹੈ? ਹਰ ਕੋਈ ਕਿਸੇ ਨਾ ਕਿਸੇ ਕਰਕੇ, ਕਿਸੇ ਨਾ ਕਿਸੇ ਕਾਰਨ ਕਰਕੇ ਹੰਕਾਰ ਦੇ ਵਿੱਚ ਜਕੜਿਆ ਹੋਇਆ ਹੈ। ਪਰੰਤੂ ਸਾਹਿਬ ਕਹਿੰਦੇ ਨੇ, ਹੇ ਜੀਵ, ਪਰਮਾਤਮਾ ਦੇ ਘਰ ਦਾ ਇੱਕ ਅਸੂਲ ਹੈ, ਉਹ ਤੇਰੇ ਸਾਰੇ ਗੁਣ ਮਾਫ ਕਰ ਦੇਵੇਗਾ, ਪਰ ਹੰਕਾਰ ਨੂੰ ਕਦੇ ਵੀ ਮਾਫ ਨਹੀਂ ਕਰੇਗਾ। ਬਾਕੀ ਸਾਰੀਆਂ ਬੁਰਾਈਆਂ ਪਰਮੇਸ਼ਰ ਤੇਰੀਆਂ ਪ੍ਰਵਾਨ ਕਰ ਲਏਗਾ, ਪਰ ਹਰਗਿਜ਼ ਵੀ ਹੰਕਾਰ ਪ੍ਰਵਾਨ ਨਹੀਂ ਹੋਣਾ। ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਵੇਦਾਂ ਦੇ ਰਾਹੀਂ ਪਰਮੇਸ਼ਰ ਨੇ ਇਹ ਗੱਲ ਸੰਸਾਰ ਨੂੰ ਦੱਸ ਦਿੱਤੀ ਕਿ ਮੈਨੂੰ ਹੰਕਾਰ ਪਸੰਦ ਨਹੀਂ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਗਰੀਬ ਨਵਾਜ ਕਹਿੰਦੇ ਹੰਕਾਰ ਅਤੇ ਕਰਤਾਰ ਦਾ ਆਪਸ ਵਿੱਚ ਵੈਰ ਹੈ। ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਜਿੱਥੇ ਹੰਕਾਰ ਹੋਵੇਗਾ ਉੱਥੇ ਕਰਤਾਰ ਨਹੀਂ ਵਸ ਸਕਦਾ, ਜਿੱਥੇ ਕਰਤਾਰ ਹੋਵੇਗਾ ਉੱਥੇ ਹੰਕਾਰ ਨੂੰ ਕੋਈ ਜਗ੍ਹਾ ਨਹੀਂ। ਪਰ ਚੂੰਕਿ ਜਦੋਂ ਸੰਸਾਰ ਅੰਦਰ ਹਰ ਵਿਅਕਤੀ ਹੰਕਾਰੀ ਦੇਖੀਦਾ ਹੈ, ਇਹਦਾ ਮਤਲਬ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਜੀਵ ਕੋਹਾਂ ਦੂਰ ਹੈ। ਪੂਰ ਭਰੇ ਅਹੰਕਾਰ। ਮਹਾਰਾਜ ਕਹਿੰਦੇ ਪੂਰਾਂ ਦੇ ਪੂਰ ਸੰਸਾਰ ਤੇ ਆਉਂਦੇ ਨੇ, ਪੂਰਾਂ ਦੇ ਪੂਰ ਸੰਸਾਰ ਤੋਂ ਜਾਂਦੇ ਨੇ, ਪਰ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਹੰਕਾਰ ਤੋਂ ਖਾਲੀ ਨਹੀਂ ਹੈ। ਸਾਰੇ ਹੀ ਨਕਾ ਨਕ ਹੰਕਾਰ ਨਾਲ ਭਰੇ ਹੋਏ ਹਨ। ਮਨ ਹਠ ਮਤੀ ਬੁੱਢੀਐ, ਗੁਰਮੁਖ ਸੱਚ ਸੁਤਾਵੇ। ਜਦੋਂ ਜੀਵ ਮਨ ਦਾ ਹੱਠ ਕਰਦਾ ਹੈ ਤੇ ਮਨ ਮਤ ਪਿੱਛੇ ਤੁਰਦਾ ਹੈ ਕਿ ਜੋ ਮੇਰਾ ਮਨ ਕਹੇਗਾ ਮੈਂ ਤੇ ਉਹੀ ਕਰਾਂਗਾ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਗੁਰੂ ਕੀ ਕਹਿੰਦੇ ਨੇ, ਪੀਰ ਕੀ ਕਹਿੰਦੇ ਨੇ, ਅਵਤਾਰਾਂ ਦਾ ਕੀ ਉਪਦੇਸ਼ ਹੈ, ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਮੈਂ ਉਹੀ ਕਰਾਂਗਾ ਜੋ ਮੇਰਾ ਮਨ ਆਖੇਗਾ। ਹੱਠ ਕਰ ਲੈਂਦਾ, ਜਿੱਦ ਕਰ ਲੈਂਦਾ ਬੰਦਾ ਇਸ ਗੱਲ ਦੀ, ਮੈਂ ਨਹੀਂ ਕਿਸੇ ਦੀ ਗੱਲ ਮੰਨਣੀ, ਮੈਂ ਆਪਣੇ ਮਨ ਦੀ ਹੀ ਮੰਨਾਂਗਾ। ਤੇ ਕਈ ਲੋਕ ਆਪਣੇ ਆਪ ਤੇ ਇਸ ਗੱਲੋਂ ਬੜਾ ਫਖਰ ਮਹਿਸੂਸ ਕਰਦੇ ਨੇ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਆਪਣੇ ਮਨ ਪਿੱਛੇ ਤੁਰਦੇ ਹਾਂ। ਮਹਾਰਾਜ ਕਹਿੰਦੇ ਭਲਿਆ ਤੂੰ ਤੇ ਡੁੱਬ ਗਿਆ। ਮਨ ਹੱਥ ਮੱਤੀ ਬੁੱਢੀ ਹੈ, ਡੁੱਬ ਗਿਆ। ਤੂੰ ਆਪਣਾ ਬੇੜਾ ਗਰਕ ਕਰ ਲਿਆ ਜੇ ਆਪਣੇ ਮਨ ਪਿੱਛੇ ਤੁਰਿਆ ਤਾਂ। ਮਨ ਮਤ ਡੋਬਦੀ ਹੈ, ਗੁਰ ਮਤ ਤਾਰਦੀ ਹੈ। ਗੁਰੂ ਕੋਲ ਆਉਣ ਵਾਸਤੇ ਸਭ ਤੋਂ ਪਹਿਲਾਂ ਇਹ ਗੁਣ ਧਾਰਨ ਕਰਨਾ ਪੈਂਦਾ ਹੈ ਕਿ ਅੱਜ ਤੋਂ ਬਾਅਦ ਮਨ ਅਰਪਉ ਧਨ ਰਾਖਉ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ। ਸਤਿਗੁਰੂ ਜੀ, ਮੈਂ ਅੱਜ ਤੋਂ ਤੁਹਾਡੇ ਦਰ ਤੇ ਖੜੋ ਕੇ ਪ੍ਰਣ ਕਰਦਾ ਹਾਂ ਕਿ ਜੋ ਮਰਜ਼ੀ ਹੋ ਜਾਵੇ,
ਮੈਂ ਮਨ ਮਤ ਨਹੀਂ ਕਰਾਂਗਾ, ਮਨ ਦੀ ਮੱਤ ਪਿੱਛੇ ਨਹੀਂ ਤੁਰਾਂਗਾ। ਜੋ ਤੁਸੀਂ ਹੁਕਮ ਕਰੋਗੇ ਖਿੜੇ ਮੱਥੇ ਪ੍ਰਵਾਨ ਕਰ ਲਵਾਂਗਾ। ਬੇਸ਼ੱਕ ਤੁਹਾਡਾ ਹੁਕਮ ਮੰਨਦਿਆਂ ਹੋਇਆਂ ਮੈਨੂੰ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪਵੇ, ਮੈਂ ਆਪਣਾ ਪੈਰ ਪਿੱਛੇ ਨਹੀਂ ਹਟਾਵਾਂਗਾ। ਪਰ ਅੱਜ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮਨ ਕੀ ਮਤ ਮੋਹੇ ਸਗਲ ਤਿਆਗੀ। ਮੈਂ ਮਨ ਮਤ ਤਿਆਗ ਦਿੱਤੀ ਹੈ। ਤੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਮਨ ਹੱਠ ਮਤੀ ਬੁੱਢੀ ਹੈ। ਜਿਹੜੇ ਹੱਠ ਕਰਦੇ ਨੇ ਤੀਰਥਾਂ ਦਾ ਇਸ਼ਨਾਨ ਕਰਨ ਦਾ, ਇਸ ਤੋਂ ਇਲਾਵਾ ਦਾਨ ਪੁੰਨ ਯੱਗ ਜਲ ਧਾਰੇ ਕਰਾਉਣ ਦਾ ਹੱਠ ਕਰਦੇ ਹਨ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਭਵ ਸਾਗਰ ਵਿੱਚ ਡੁੱਬ ਜਾਣਗੇ। ਗੁਰਮੁਖ ਸੱਚ ਸੋਤਾਰ, ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਪ੍ਰਾਪਤ ਕਰਕੇ ਸੱਚੇ ਨਾਮ ਦਾ ਸਿਮਰਨ ਕੀਤਾ ਹੈ, ਉਹੀ ਭਵ ਸਾਗਰ ਦੇ ਵਿੱਚੋਂ ਤਾਰ ਭਾਵ ਗੁਰੂ ਸਾਹਿਬ ਉਹਨਾਂ ਨੂੰ ਤਾਰ ਦਿੰਦੇ ਹਨ। ਗੁਰ ਬਿਨ ਕਿਉ ਤਵੀਐ ਸੁਖ ਹੋਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ, ਹੇ ਭਾਈ, ਗੁਰੂ ਦੀ ਓਟ ਲੈਣ ਤੋਂ ਬਗੈਰ ਕਿਵੇਂ ਤਰਿਆ ਜਾ ਸਕਦਾ ਹੈ? ਜੀਵਨ ਕਿਵੇਂ ਸੁਖੀ ਹੋ ਸਕਦਾ ਹੈ? ਭਾਵ ਕਦੇ ਵੀ ਜੀਵਨ ਸੁਖੀ ਨਹੀਂ ਹੋਵੇਗਾ ਤੇ ਨਾ ਹੀ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਜਾ ਸਕਦਾ ਹੈ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨ ਦੂਜਾ ਕੋਈ। ਹੇ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਓਵੇਂ ਰੱਖ, ਕਿਉਂਕਿ ਜੇ ਮੈਂ ਆਪਣੇ ਮਨ ਵੱਲ ਵੇਖਾਂ ਤੇ ਮੇਰਾ ਮਨ ਤੇ ਬੜਾ ਕੁਝ ਚਾਹੁੰਦਾ ਹੈ। ਮੇਰਾ ਮਨ ਤੇ ਚਾਹੁੰਦਾ ਅਰਸ਼ਾਂ ਦੇ ਤਾਰੇ ਤੋੜ ਲਿਆਵਾਂ। ਮੇਰਾ ਮਨ ਤੇ ਚਾਹੁੰਦਾ ਕਿ ਸਾਰੇ ਸੰਸਾਰ ਭਰ ਦੀ ਮਾਇਆ ਮੇਰੇ ਖਜ਼ਾਨੇ ਵਿੱਚ ਹੀ ਜਮ੍ਹਾਂ ਹੋ ਜਾਵੇ। ਪਰ ਜਿਉਂ ਭਾਵੈ ਤਿਉਂ ਰਾਖ ਤੂੰ। ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਉਵੇਂ ਹੀ ਰੱਖ, ਮੈਂ ਅਵਰ ਨਾ ਦੂਜਾ ਕੋਈ। ਹੇ ਪ੍ਰਮਾਤਮਾ, ਤੇਰੇ ਤੋਂ ਬਗੈਰ ਹੋਰ ਕੋਈ ਵੀ ਮੇਰਾ ਸਹਾਰਾ ਨਹੀਂ ਹੈ। ਤੇਰੇ ਤੋਂ ਇਲਾਵਾ ਮੈਂ ਹੋਰ ਕਿਸੇ ਦੇ ਉੱਪਰ ਵੀ ਆਪਣੀ ਓਟ ਨਹੀਂ ਰੱਖੀ। ਲੋਕ ਪਰਲੋਕ ਦੀ ਓਟ ਇੱਕ ਤੂੰ ਹੀ ਹੈ। ਜਿਵੇਂ ਗੁਰਬਾਣੀ ਦਾ ਬਚਨ ਹੈ ਕਿ ਕਿਸ ਹੀ ਕੋਈ ਕੋਏ, ਮਨ ਨਿਮਾਣੀ ਇੱਕ ਤੂੰ, ਕਿਉ ਨਾ ਮਰੀਜੈ ਰੋਏ, ਜਾਣ ਲਗ ਚਿਤ ਨਾ ਆਵਹੀ। ਦੁਨੀਆ ਦੇ ਲੋਕ ਬੜੇ ਸਹਾਰੇ ਲੱਭਦੇ ਨੇ। ਕੋਈ ਕਿਸੇ ਲੀਡਰ ਦਾ ਸਹਾਰਾ ਲੱਭਦਾ ਹੈ, ਕੋਈ ਕਿਸੇ ਜਾਗੀਰਦਾਰ ਅਮੀਰ ਦਾ ਸਹਾਰਾ ਲੱਭਦਾ ਹੈ। ਹਰ ਕੋਈ ਕਿਸੇ ਨਾ ਕਿਸੇ ਦੇ ਆਸਰੇ, ਕਿਸੇ ਨਾ ਕਿਸੇ ਤੇ ਓਟ ਰੱਖੀ ਬੈਠਾ ਹੈ। ਪਰ ਮਹਾਰਾਜ, ਸਾਨੂੰ ਸਿਰਫ ਤੇਰੇ ਉੱਪਰ ਓਟ ਹੈ, ਮੈਂ ਅਵਰ ਨਾ ਦੂਜਾ ਕੋਈ। ਦੂਸਰਾ ਕੋਈ ਵੀ ਨਹੀਂ, ਭਾਵ ਦੂਜੇ ਕਿਸੇ ਦੇ ਉੱਪਰ ਵੀ ਅਸੀਂ ਓਟ ਨਹੀਂ ਰੱਖੀ। ਇੱਕ ਸਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਇੱਕ ਵਾਹਿਗੁਰੂ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ, ਉਸੇ ਦਾ ਸਾਨੂੰ ਸਹਾਰਾ ਹੈ। ਲੋਕ ਪਰਲੋਕ ਵਿੱਚ ਉਹੀ ਸਾਡਾ ਪਰਮ ਮਿੱਤਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਇਸ ਕਰਕੇ ਹੇ ਵਾਹਿਗੁਰੂ, ਜਿਵੇਂ ਤੈਨੂੰ ਭਾਵੇ, ਜਿਵੇਂ ਤੈਨੂੰ ਚੰਗਾ ਲੱਗੇ, ਤੂੰ ਮੈਨੂੰ ਉਵੇਂ ਹੀ ਰੱਖ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਆਗੇ ਦੇਖੋ ਡਉ ਜਲੈ, ਪਾਛੈ ਹਰਿਓ ਅੰਗੂਰ। ਹੇ ਪ੍ਰਮਾਤਮਾ, ਜਦੋਂ ਮੈਂ ਅੱਗਾ ਵੇਖਦਾ ਹਾਂ ਤੇ ਇੰਜ ਲੱਗਦਾ ਹੈ ਕਿ ਸਿਰਫ ਸਿਵੇ ਮੱਚਦੇ ਦਿਸਦੇ ਨੇ। ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੁੰਦੇ ਹੀ ਦਿਸਦੇ ਨੇ ਜਦੋਂ ਮੈਂ ਆਪਣਾ ਅੱਗਾ ਵੇਖਦਾ ਹਾਂ। ਕਿਉਂਕਿ ਫਰੀਦ ਸਾਹਿਬ ਦਾ ਬਚਨ ਹੈ ਕਿ ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਜਦੋਂ ਅੱਗਾ ਵੇਖਦਾ ਹਾਂ ਤੇ ਮੈਨੂੰ ਸਿਵੇ ਮੱਚਦੇ ਹੋਏ ਨਜ਼ਰ ਆਉਂਦੇ ਨੇ। ਆਗੇ ਦੇਖੋ ਡੌ ਜਲੇ,
ਡਉ ਭਾਵ ਦਉ ਅਗਨੀ, ਜਿਸ ਨੂੰ ਦਾਵਾ ਅਗਨ ਵੀ ਆਖਿਆ ਜਾਂਦਾ ਹੈ। ਚੇਤ ਤੇ ਵੈਸਾਖ ਦੇ ਮਹੀਨਿਆਂ ਦੇ ਵਿੱਚ ਜੰਗਲ ਦੇ ਬਾਂਸ ਜਦੋਂ ਆਪਸ ਵਿੱਚ ਰਗੜਦੇ ਨੇ, ਉਹਨਾਂ ਦੀ ਰਗੜ ਵਿੱਚੋਂ ਚੰਗਿਆੜੇ ਨਿਕਲਦੇ ਨੇ, ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਬਹੁਤ ਦੂਰ ਦੂਰ ਤੱਕ ਇਹ ਅੱਗ ਜੰਗਲ ਤੇ ਜੰਗਲ ਦੇ ਜਾਨਵਰਾਂ ਨੂੰ ਸਾੜ ਦਿੰਦੀ ਹੈ। ਤੇ ਕੁਦਰਤ ਵੱਲੋਂ ਲੱਗੀ ਹੋਈ ਇਸ ਅੱਗ ਨੂੰ ਕੋਈ ਵੀ ਬੁਝਾ ਨਹੀਂ ਸਕਦਾ। ਜਦੋਂ ਪਰਮੇਸ਼ਰ ਦਾ ਭਾਣਾ ਹੋਵੇ, ਫਿਰ ਮੀਂਹ ਪੈਂਦਾ ਹੈ, ਬਾਰਿਸ਼ ਹੋਣ ਦੇ ਨਾਲ ਫਿਰ ਇਹ ਸਾਰੀ ਅੱਗ ਬੁਝ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ, ਜਦੋਂ ਸੰਸਾਰ ਦੇ ਅੰਦਰ ਵੀ ਮੈਂ ਵੇਖਦਾ ਹਾਂ ਆਪਣਾ ਅੱਗਾ, ਤੇ ਮੈਨੂੰ ਦਾਵਾ ਅਗਨੀ ਦੇ ਵਾਂਗ ਸ਼ਮਸ਼ਾਨ ਘਾਟਾਂ ਦੇ ਵਿੱਚ ਮੁਰਦਿਆਂ ਦਾ ਸੰਸਕਾਰ ਹੁੰਦਾ ਦਿਸਦਾ ਹੈ। ਤੇ ਉਸ ਮੁਰਦੇ ਦੀ ਜਗ੍ਹਾ ਤੇ ਮੈਂ ਆਪਣੇ ਆਪ ਨੂੰ ਪਿਆ ਹੋਇਆ ਮਹਿਸੂਸ ਕਰਦਾ ਹਾਂ ਕਿ ਜਿੱਥੇ ਅੱਜ ਤੇਰੀਆਂ ਅੱਖਾਂ ਦੇ ਸਾਹਮਣੇ ਕਿਸੇ ਦੀ ਅਰਥੀ ਉੱਠ ਰਹੀ ਹੈ, ਤੂੰ ਉਸ ਅਰਥੀ ਨੂੰ ਮੋਢਾ ਦੇ ਰਿਹਾ ਹੈ। ਤੇਰੇ ਸਾਹਮਣੇ ਚਿਖਾ ਚਿਣੀ ਗਈ, ਲਾਂਬੂ ਲਾਇਆ ਗਿਆ, ਤੂੰ ਪਾਸੇ ਖੜਾ ਸਭ ਕੁਝ ਦੇਖਦਾ ਰਿਹਾ। ਪਰ ਹੇ ਜੀਵ, ਕਦੇ ਵੀ ਭੁੱਲੀ ਨਾ ਕਿ ਜਿਸ ਚਿਖਾ ਤੇ ਅੱਜ ਦੂਸਰਿਆਂ ਨੂੰ ਸੜਦੇ ਹੋਏ ਵੇਖਦਾ ਹੈ, ਕੱਲ ਨੂੰ ਇਸੇ ਚਿਖਾ ਤੇ ਤੇਰਾ ਖੁਦ ਦਾ ਸਰੀਰ ਵੀ ਸੜ ਜਾਵੇਗਾ। ਗਰੀਬ ਨਵਾਜ ਕਹਿੰਦੇ, ਜਦੋਂ ਮੈਂ ਕਿਸੇ ਦਾ ਸੰਸਕਾਰ ਹੁੰਦਾ ਦੇਖਦਾ, ਮੈਂ ਮਹਿਸੂਸ ਕਰਦਾ ਹਾਂ ਕਿ ਇੱਥੇ ਹੀ ਮੇਰਾ ਵੀ ਸਰੀਰ ਇੱਕ ਦਿਨ ਨਾਸ ਹੋ ਜਾਵੇਗਾ। ਆਗੇ ਦੇਖੋ ਡਉ ਜਲੇ। ਆਪਣਾ ਅੱਗਾ ਵੇਖਦਾ ਹਾਂ ਤੇ ਦਉ ਅਗਨੀ ਲੱਟ ਲੱਟ ਮੱਚਦੀ ਹੋਈ ਦਿਸਦੀ ਹੈ, ਤੇ ਪਾਛੈ ਹਰਿਓ ਅੰਗੂਰ। ਜਦੋਂ ਆਪਣਾ ਪਿੱਛਾ ਵੇਖਦਾ, ਭਾਵ ਕਿ ਸੰਸਾਰ ਵੱਲ ਵੇਖਦਾ ਹਾਂ, ਤੇ ਕਈ ਨਿਆਣੇ ਬਾਲ ਜਿਹੜੇ ਕੋਮਲ ਅੰਗੂਰਾਂ ਵਰਗੇ, ਭਾਵ ਹਰੇ ਪੱਤਿਆਂ ਵਰਗੇ, ਕੋਮਲ ਕਰੂੰਬਲੀਆਂ ਵਰਗੇ ਨਵੇਂ ਬਾਲ ਵੀ ਜਨਮ ਲੈ ਰਹੇ ਨੇ, ਤੇ ਬੁੱਢੇ ਠੇਰੇ ਸੰਸਾਰ ਨੂੰ ਤਿਆਗ ਕੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਹੋ ਰਿਹਾ ਹੈ। ਇੱਕ ਐਸੀ ਅਨੋਖੀ ਖੇਡ ਹੈ। ਅੱਗੇ ਅੱਗ ਦਿਸਦੀ ਹੈ ਤੇ ਸੰਸਾਰ ਦੇ ਵਿੱਚ ਪਿੱਛੇ ਮੈਨੂੰ ਬਾਲ ਨਿਆਣਿਆਂ ਦੇ ਕਰੂੰਬਲੀਆਂ ਫੁੱਟਦੀਆਂ ਦਿਸਦੀਆਂ ਨੇ। ਹਰੇ ਅੰਗੂਰ ਤੋਂ ਭਾਵ ਹਰਿਆਵਲਤਾ ਦਿਸਦੀ ਹੈ। ਕੋਮਲ ਬੱਚਿਆਂ ਦੇ ਸਰੀਰ ਦਿਸਦੇ ਨੇ, ਭਾਵ ਇੱਕ ਪਾਸੇ ਜਨਮ ਹੋ ਰਿਹਾ ਹੈ, ਦੂਜੇ ਪਾਸੇ ਮੌਤਾਂ ਹੋ ਰਹੀਆਂ ਹਨ। ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਲੇਕਿਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਤੋਂ ਜੀਵ ਦਾ ਸਰੀਰ ਪੈਦਾ ਹੋਇਆ ਸੀ, ਉਸੇ ਦੇ ਵਿੱਚ ਹੀ ਆਖਰਕਾਰ ਸਮਾ ਜਾਂਦਾ ਹੈ। ਜਿਸ ਤੇ ਉਪਜੈ ਤਿਸ ਤੇ ਬਿਨਸੈ। ਜਿਨ੍ਹਾਂ ਕੁਦਰਤੀ ਤੱਤਾਂ ਦੁਆਰਾ ਸਰੀਰ ਦੀ ਉਤਪਤੀ ਹੋਈ ਸੀ, ਉਹਨਾਂ ਹੀ ਪੰਜ ਤੱਤਾਂ ਦੇ ਵਿੱਚ ਸਰੀਰ ਅਭੇਦ ਹੋ ਜਾਂਦਾ ਹੈ। ਪਵਨੈ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਸਰੀਰ ਦੇ ਵਿੱਚ ਹਵਾ ਦਾ ਤੱਤਵ ਹੈ। ਸਰੀਰ ਦੇ ਅੰਦਰਲੀ ਹਵਾ ਦਾ ਬਾਹਰਲੀ ਹਵਾ ਨਾਲ ਸੰਬੰਧ ਜੁੜਿਆ ਹੈ, ਤੇ ਜਦੋਂ ਪ੍ਰਾਣ ਸਰੀਰ ਵਿੱਚੋਂ ਨਿਕਲ ਜਾਂਦੇ ਨੇ, ਹੇ ਭਾਈ, ਉਦੋਂ ਹਵਾ ਵਿੱਚ ਮਿਲ ਜਾਂਦੀ ਹੈ, ਤੇ ਜੋਤੀ ਮਹਿ ਜੋਤ ਰਲ ਜਾਇਆ, ਜੋਤ ਪਰਮ ਜੋਤ ਦੇ ਵਿੱਚ ਲੀਨ ਹੋ ਜਾਂਦੀ ਹੈ। ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਿਸ ਤੇ ਉਪਜੈ ਤਿਸ ਤੇ ਬਿਨਸੈ। ਜਿਨ੍ਹਾਂ ਤੱਤਾਂ ਤੋਂ ਸਰੀਰ ਪੈਦਾ ਹੋਇਆ, ਉਨ੍ਹਾਂ ਹੀ ਤੱਤਾਂ ਵਿੱਚ ਬਿਨਸੈ ਭਾਵ ਲੀਨ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਘਟ ਘਟ ਸੱਚ ਭਰਪੂਰ। ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ
ਘਟ ਘਟ ਭਾਵ ਹਰੇਕ ਹਿਰਦੇ ਦੇ ਵਿੱਚ, ਹਰੇਕ ਜੀਵ ਦੇ ਅੰਦਰ ਭਰਪੂਰ ਨਕਾ ਨਕ ਭਰਿਆ ਹੋਇਆ, ਲਬਾ ਲਪ ਭਰਿਆ ਹੋਇਆ ਹੈ। ਉਹਦੀ ਹੋਂਦ ਹਰ ਜੀਵ ਦੇ ਅੰਦਰ ਬਰਾਬਰ ਵਸਦੀ ਹੈ। ਉਹਦਾ ਕਿਸੇ ਨਾਲ ਵੀ ਵਿਤਕਰਾ ਨਹੀਂ ਕਿ ਗਰੀਬ ਦੇ ਅੰਦਰ ਘੱਟ ਹੈ, ਅਮੀਰ ਦੇ ਅੰਦਰ ਵੱਧ ਹੈ, ਬ੍ਰਾਹਮਣ ਦੇ ਅੰਦਰ ਵੱਧ ਹੈ ਜਾਂ ਸ਼ੂਦਰ ਦੇ ਅੰਦਰ ਘੱਟ ਹੈ। ਇਸ ਤਰ੍ਹਾਂ ਦਾ ਕਾਨੂੰਨ ਪਰਮੇਸ਼ਰ ਦਾ ਨਹੀਂ ਹੈ। ਉਹ ਕਿਸੇ ਦੇ ਨਾਲ ਵੀ ਪੱਖਪਾਤ ਨਹੀਂ ਕਰਦਾ, ਸਾਰਿਆਂ ਦੇ ਅੰਦਰ ਬਰਾਬਰ ਹੈ, ਘੱਟ ਘੱਟ ਸੱਚ ਭਰਪੂਰ। ਹਰੇਕ ਹਿਰਦੇ ਦੇ ਵਿੱਚ ਉਹਦੀ ਜੋਤ ਬਰਾਬਰ ਵਰਤ ਰਹੀ ਹੈ। ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ। ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੇ ਨਾਲ ਜੀਵ ਨੂੰ ਮਿਲਾਉਂਦਾ ਹੈ। ਸਾਚੈ ਮਹਿਲ ਹਦੂਰ, ਸੱਚੇ ਪਰਮੇਸ਼ਰ ਦੇ ਮਹਿਲ ਅੰਦਰ, ਉਹਦੀ ਹਜ਼ੂਰੀ ਦੇ ਵਿੱਚ ਉਹੀ ਜੀਵ ਪਹੁੰਚਦੇ ਨੇ ਜਿਨ੍ਹਾਂ ਉੱਪਰ ਵਾਹਿਗੁਰੂ ਕਿਰਪਾ ਕਰ ਦੇਵੇ। ਸਾਹੇ ਸਾਹੇ ਤੁਝ ਸੰਮਲਾ ਕਦੇ ਨਾ ਵਿਸਾਰਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਹੇ ਪ੍ਰਮਾਤਮਾ, ਮੈਂ ਹਰ ਇੱਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ। ਸਾਹੇ ਸਾਹੇ ਭਾਵ ਹਰੇਕ ਸਾਹ ਦੇ ਦੁਆਰਾ ਤੁਝ ਸੰਮਲਾ, ਤੈਨੂੰ ਚੇਤੇ ਕਰਦਾ ਹਾਂ। ਹਰ ਇੱਕ ਸਾਹ ਦੇ ਨਾਲ ਤੇਰਾ ਸ਼ੁਕਰ ਕਰਦਾ ਹਾਂ ਕਿ ਤੇਰਾ ਧੰਨਵਾਦ, ਤੂੰ ਸੰਸਾਰ ਤੇ ਆਉਣ ਦਾ ਮੌਕਾ ਦਿੱਤਾ। ਫਿਰ ਇਹ ਬੜੀ ਸੁੰਦਰ ਸੋਹਣੀ ਸਾਫ਼ ਹਵਾ ਤੂੰ ਸਾਹ ਲੈਣ ਵਾਸਤੇ ਦਿੱਤੀ ਹੈ, ਤੇ ਉਹਨਾਂ ਸਾਹਾਂ ਨੂੰ ਸਫਲ ਕਰਨ ਵਾਸਤੇ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ। ਗੁਰਮਤਿ ਦਾ ਸਿਧਾਂਤ ਹੈ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਵੀ ਸਾਹ ਪਰਮੇਸ਼ਰ ਦੀ ਬੰਦਗੀ ਤੋਂ ਬਗੈਰ ਨਹੀਂ ਨਿਕਲਣਾ ਚਾਹੀਦਾ। ਜੇ ਇੱਕ ਵੀ ਸਾਹ ਰੱਬ ਦੀ ਬੰਦਗੀ ਤੋਂ ਬਗੈਰ ਲੈ ਰਿਹਾ ਹੈ ਤੇ ਮਹਾਰਾਜ ਕਹਿੰਦੇ ਇਹ ਸਾਹ ਤੇਰਾ ਵਿਅਰਥ ਹੈ, ਇਹ ਸਾਹ ਤੇਰਾ ਵਿਅਰਥ ਹੈ ਜਿਹੜਾ ਰੱਬ ਦੇ ਨਾਮ ਤੋਂ ਬਗੈਰ ਜਾ ਰਿਹਾ। ਕਿਉਂਕਿ ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ। ਜੇ ਇੱਕ ਤਿਲ ਮਾਤਰ ਸਮਾਂ ਵੀ ਪਰਮੇਸ਼ਰ ਦਾ ਨਾਮ ਵਿਸਰ ਜਾਵੇ ਤੇ ਮਹਾਰਾਜ ਕਹਿੰਦੇ ਇਹ ਫਿਰ ਕਿਹੋ ਜਿਹੀ ਭਗਤੀ ਹੈ। ਸੱਚੀ ਭਗਤੀ ਤਾਂ ਉਹ ਹੈ ਜਿਸ ਵਿੱਚ ਇੱਕ ਪਲ ਵੀ ਪਰਮੇਸ਼ਰ ਦੀ ਯਾਦ ਨਾ ਭੁੱਲੇ, ਕਦੇ ਨਾ ਵਿਸਾਰਿਓ। ਕਦੇ ਵੀ ਤੇਰਾ ਨਾਮ ਨਹੀਂ ਵਿਸਾਰਦਾ, ਕਦੇ ਵੀ ਮੇਰੇ ਮਨ ਅੰਦਰੋਂ ਤੇਰਾ ਨਾਮ ਵਿਸਰਦਾ ਹੀ ਨਹੀਂ। ਗੁਰਬਾਣੀ ਅੰਦਰ ਸਾਹਿਬ ਕਹਿੰਦੇ ਹੁਣ ਤਾਂ ਭੁਲਾਉਣ ਦੀ ਕੋਸ਼ਿਸ਼ ਵੀ ਕਰੀਏ ਤਾਂ ਵੀ ਨਹੀਂ ਭੁੱਲਦਾ। ਬੰਦਾ ਵਾਰ-ਵਾਰ ਚੇਤੇ ਕਰਦਾ ਹੈ ਤਾਂ ਵੀ ਰੱਬ ਦਾ ਨਾਮ ਚੇਤੇ ਨਹੀਂ ਰਹਿੰਦਾ, ਭੁੱਲ ਜਾਂਦਾ ਹੈ। ਪਰ ਭਗਤ ਦਾ ਜੀਵਨ ਇੰਨਾ ਉੱਚਾ ਸੁੱਚਾ ਬਣ ਜਾਂਦਾ ਕਿ ਭਗਤ ਭੁਲਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਨਹੀਂ ਭੁੱਲਦਾ। ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾ ਪਰਬਲ ਭਈ ਆਨ ਵਿਖੈ ਜਰੀ। ਮਹਾਰਾਜ ਕਹਿੰਦੇ ਹੁਣ ਮਨ ਅੰਦਰੋਂ ਪਰਮੇਸ਼ਰ ਦਾ ਨਾਮ ਵਿਸਰਦਾ ਹੀ ਨਹੀਂ, ਭੁੱਲਦਾ ਹੀ ਨਹੀਂ। ਕਦੇ ਨਾ ਵਿਸਾਰਿਓ, ਕਦੇ ਵਾਸਤੇ ਵੀ ਵਾਹਿਗੁਰੂ ਦੇ ਨਾਮ ਨੂੰ ਮਨ ਅੰਦਰੋਂ ਕਦੇ ਭੁਲਾਇਆ ਨਹੀਂ। ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ। ਫਿਰ ਜਿਵੇਂ ਜਿਵੇਂ ਉਸ ਮਾਲਕ ਦਾ ਨਾਮ ਹਿਰਦੇ ਅੰਦਰ ਵਸਦਾ ਜਾਂਦਾ ਹੈ, ਗੁਰਮੁਖ ਮਹਾਤਮਾ ਜਨ ਤਿਉਂ-ਤਿਉਂ ਅੰਮ੍ਰਿਤ ਨਾਮ ਨੂੰ ਪੀਂਦੇ ਰਹਿੰਦੇ ਨੇ, ਅੰਮ੍ਰਿਤ ਨਾਮ ਨੂੰ ਛਕਦੇ ਨੇ। ਅੰਮ੍ਰਿਤ ਨਾਮ ਤੁਮਾਰਾ ਪ੍ਰੀਤਮ, ਇਹੋ ਮਹਾਰਸ ਜਨ ਹੈ ਪੀਓ। ਇਸ ਮਹਾਰਸ ਭਾਵ ਸਭ ਤੋਂ ਉੱਤਮ ਰਸ ਨੂੰ ਤੇਰੇ ਪਿਆਰਿਆਂ ਨੇ ਪੀਤਾ ਹੈ, ਛਕਿਆ ਹੈ, ਤੇ ਇਸ ਅੰਮ੍ਰਿਤ ਨਾਮ ਦੇ ਵਿੱਚੋਂ ਹੀ ਸਾਰੇ ਸੁੱਖ ਹਾਸਲ ਕੀਤੇ ਨੇ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਉਹਦਾ ਨਾਮ ਮਨ ਵਿੱਚ ਵਸੇਗਾ, ਕਿਉਂਕਿ ਸਾਰੀ ਪ੍ਰਾਪਤੀ ਇੱਕਦਮ ਨਹੀਂ ਹੁੰਦੀ। ਪਰਮਾਰਥ ਦਾ ਮਾਰਗ ਬੜਾ ਸਹਿਜ ਦਾ ਮਾਰਗ ਹੈ, ਤੇ ਇਸ ਕਰਕੇ ਸਾਹੇ ਸਾਹੇ ਦਾ ਅਰਥ ਸਹਿਜੇ ਸਹਿਜੇ ਵੀ ਹੈ। ਜਿਉਂ ਜਿਉਂ ਸਾਹਿਬ ਮਨ ਵਸੈ, ਜਿਵੇਂ ਜਿਵੇਂ ਭਾਵ ਸਹਿਜੇ ਸਹਿਜੇ ਮਨ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਜਾਂਦਾ ਹੈ, ਤਿਉਂ ਤਿਉਂ ਹੀ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਾਹਿਬ ਦਾ ਪਾਵਨ ਬਚਨ ਹੈ ਕਿ ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਰੱਬ ਦੀ ਬੰਦਗੀ ਦਾ ਰੰਗ ਸਹਿਜੇ ਸਹਿਜੇ ਲੱਗਦਾ ਹੈ, ਇੱਕਦਮ ਮਨ ਉਹਦੇ ਨਾਮ ਵਿੱਚ ਨਹੀਂ ਰੰਗਿਆ ਜਾਂਦਾ। ਮਨ ਨੂੰ ਰੰਗਣ ਤੇ ਥੋੜਾ ਸਮਾਂ ਲੱਗਦਾ, ਪਰ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਰੰਗ ਚੜ੍ਹਦਾ ਹੈ, ਤਿਉਂ ਤਿਉਂ ਹੀ ਜੀਵ ਗੁਰਮੁਖ ਅੰਮ੍ਰਿਤ ਨਾਮ ਨੂੰ ਪੀ ਕੇ ਤ੍ਰਿਪਤ ਹੁੰਦਾ ਹੈ। ਮਨ ਤਨ ਤੇਰਾ ਤੂ ਧਨੀ, ਗਰਭ ਨਿਵਾਰ ਸਮਿਓ। हे परमात्मा, मेरा मन भी तेरा है, मेरा शरीर भी तेरा है। तू सबना जीवां दा मालिक है। गर्भ निवार समयो, जिन्हां ने हंकार दी निवृत्ति कर दिती, ਉਹੀ ਜੀਵ ਤੇਰੇ ਅੰਦਰ ਸਮੇਓ ਭਾਵ ਸਮਾ ਜਾਂਦੇ ਹਨ। ਜਿਨ ਇਹੋ ਜਗਤ ਉਪਾਇਆ, ਤੇ ਭਵਨ ਕਰ ਆਕਾਰ। ਜਿਸ ਵਾਹਿਗੁਰੂ ਨੇ ਇਸ ਜਗਤ ਨੂੰ ਉਪਾਇਆ ਭਾਵ ਪੈਦਾ ਕੀਤਾ ਹੈ, ਤੇਰੇ ਭਵਨ ਕਰ ਆਕਾਰ, ਤੇ ਤਿੰਨਾਂ ਭਵਨਾਂ ਦਾ ਆਕਾਰ, ਤਿੰਨ ਭਵਨ ਜਿਸ ਨੇ ਸਾਜੇ ਨੇ, ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ। ਇਹ ਸਾਰੀ ਸ੍ਰਿਸ਼ਟੀ ਦਾ ਆਕਾਰ ਜਿਸ ਨੇ ਰਚਿਆ ਹੈ। ਗੁਰਮੁਖ ਚਾਨਣ ਜਾਣੀਐ, ਮਨਮੁਖ ਮੁਗਧ ਗੁਬਾਰ। ਉਸ ਪਰਮੇਸ਼ਰ ਨੂੰ ਮੁਖੀ ਗੁਰਾਂ ਦੇ ਸ਼ਬਦ ਰੂਪੀ ਚਾਨਣ ਦੇ ਦੁਆਰਾ ਜਾਣਿਆ ਜਾਂਦਾ ਹੈ। ਮਨਮੁਖ ਮੁਗਧ ਗੁਬਾਰ, ਤੇ ਜਿਹੜੇ ਮਨ ਮਤ ਪਿੱਛੇ ਤੁਰਨ ਵਾਲੇ ਮਨਮੁਖ ਨੇ, ਉਹ ਮੁਗਧ ਮੂਰਖ ਗੁਬਾਰ ਅਗਿਆਨਤਾ ਦੇ ਘੁੱਪ ਹਨੇਰੇ ਦੇ ਵਿੱਚ ਹੀ ਰਹਿੰਦੇ ਨੇ। ਉਹਨਾਂ ਨੂੰ ਗੁਰੂ ਵੱਲੋਂ ਬਖਸ਼ਿਸ਼ ਕੀਤਾ ਸ਼ਬਦ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਘਟ ਘਟ ਜੋਤ ਨਿਰੰਤਰੀ, ਬੂਝੈ ਗੁਰਮਤਿ ਸਾਰ। ਘਟ ਘਟ ਭਾਵ ਹਰ ਇੱਕ ਹਿਰਦੇ ਦੇ ਅੰਦਰ ਜੋਤ ਨਿਰੰਤਰੀ, ਪਰਮੇਸ਼ਰ ਦੀ ਜੋਤ ਨਿਰੰਤਰ ਭਾਵ ਇੱਕ ਰਸ ਵਿਆਪਕ ਹੈ। ਬੂਝੈ ਗੁਰਮਤਿ ਸਾਰ, ਗੁਰੂ ਦੀ ਮੱਤ ਦੁਆਰਾ ਸਾਰ ਸ੍ਰੇਸ਼ਟ ਸਿਧਾਂਤ ਪ੍ਰਾਪਤ ਕਰਕੇ ਗੁਰਮੁਖ ਪਿਆਰੇ ਹੀ ਇਸ ਹਕੀਕਤ ਨੂੰ ਸਮਝਦੇ ਹਨ। ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸਾਬਾਸ। ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਤਿਨ ਕੀਚੈ ਸਾਬਾਸ, ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ, ਅਥਵਾ ਉਹਨਾਂ ਨੂੰ ਸਾਬਾਸ ਭਾਵ ਧੰਨਵਾਦ ਕਰਨਾ ਬਣਦਾ ਹੈ। ਗੁਰਮੁਖ ਜਿਨੀ ਜਾਣਿਆ, ਜਿਨ੍ਹਾਂ ਮੁਖੀ ਗੁਰਾਂ ਦੀ ਸੰਗਤ ਕਰਕੇ ਤੁਸਾਂ ਪਰਮੇਸ਼ਰ ਨੂੰ ਜਾਣਿਆ ਹੈ, ਉਹਨਾਂ ਗੁਰਾਂ ਦਾ ਸਾਬਾਸ ਭਾਵ ਧੰਨਵਾਦ ਕਰੀਏ। ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪਰਗਾਸ। ਜਿਨ੍ਹਾਂ ਹਿਰਦੇ ਅੰਦਰ ਪਰਮੇਸ਼ਰ ਨੂੰ ਵਸਾਇਆ, ਉਹ ਸੱਚੇ ਪ੍ਰਮਾਤਮਾ ਦੇ ਨਾਲ ਰਲ ਗਏ, ਘੁਲ ਮਿਲ ਗਏ, ਕੋਈ ਫਰਕ ਨਹੀਂ ਰਿਹਾ। ਸੱਚੇ ਗੁਣ ਪ੍ਰਗਾਸ, ਤੇ ਉਸ ਸੱਚੇ ਪਿਤਾ ਵਾਹਿਗੁਰੂ ਦੇ ਗੁਣਾਂ ਦਾ ਅੰਦਰ ਪ੍ਰਗਾਸ ਭਾਵ ਚਾਨਣ ਹੋ ਗਿਆ, ਅੰਦਰ ਖਿੜ ਗਿਆ। ਨਾਨਕ ਨਾਮ ਸੰਤੋਖੀਆ, ਜਿਉ ਪਿੰਡ ਪ੍ਰਭ ਪਾਸ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਬਖਸ਼ਿਸ਼ ਕਰਦੇ ਹਨ ਕਿ ਨਾਨਕ ਨਾਮ ਸੰਤੋਖੀਆ, ਜਿਹੜੇ ਜੀਵ ਨਾਮ ਦਾ ਸਹਾਰਾ ਲੈ ਕੇ ਸੰਤੁਸ਼ਟ ਹੋ ਗਏ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸੰਤੋਖ ਬਖਸ਼ ਲਿਆ ਹੈ, ਜਿਉ ਪਿੰਡ ਪ੍ਰਭ ਪਾਸ, ਉਹਨਾਂ ਨੂੰ ਇਹ ਗੱਲ ਸਮਝ ਆ ਗਈ
ਕਿ ਸਾਡਾ ਜੀਉ ਭਾਵ ਜੀਵਾਤਮਾ, ਪਿੰਡ ਤੋਂ ਭਾਵ ਸਰੀਰ, ਪ੍ਰਭ ਪਾਸ, ਇਹ ਪਰਮੇਸ਼ਰ ਦੇ ਪਾਸ ਭਾਵ ਉਹਦੇ ਹੀ ਹਜ਼ੂਰ ਵਿੱਚ ਹੈ। ਕਹਿਣ ਤੋਂ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਤਨ ਵੀ ਸੌਂਪ ਦਿੱਤਾ ਤੇ ਆਪਣਾ ਮਨ ਵੀ ਸੌਂਪ ਦਿੱਤਾ ਕਿ ਜੀਉ ਪਿੰਡ ਸਭ ਤੇਰਾ। हे ਅਕਾਲ ਪੁਰਖ ਵਾਹਿਗੁਰੂ, ਮੇਰਾ ਤਨ ਮਨ ਧਨ ਸਭ ਕੁਝ ਤੇਰਾ ਹੈ। ਇਹ ਉਹਨਾਂ ਗੁਰਮੁਖਾਂ ਨੂੰ ਦਾਤ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ ਨਾਮ ਨੂੰ ਜਪ ਕੇ ਸੰਤੋਖ ਪ੍ਰਾਪਤ ਕਰ ਲਿਆ, ਨਾਮ ਨੂੰ ਜਪ ਕੇ ਜਿਹੜੇ ਸਦਾ ਵਾਸਤੇ ਸੰਤੁਸ਼ਟ ਹੋ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਇੱਥੋਂ ਤੱਕ ਪਾਵਨ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸਾਬਾਸ। ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪਰਗਾਸ। ਨਾਨਕ ਨਾਮ ਸੰਤੋਖੀਆ, ਜਿਉ ਪਿੰਡ ਪ੍ਰਭ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ